सत श्री अकाल प्यारे बच्चों। अज असी पढ़न जा रहे हैं ਸਾਹਿਤਮਾਲਾ पंजाबी कविता ते वार्तक। वार्तक विच पढ़ांगे चैप्टर है जिहड़ा बेबे जी डॉक्टर हरपाल सिंह पन्नू द्वारा लिखा गया है। आओ पढ़ते हाँ। डॉक्टर हरपाल सिंह पन्नू। इसका जन्म 20 जून 1953 ਨੂੰ ਰਾਣਾ ਰਣ ਸਿੰਘ ਤੇ ਮਾਤਾ ਰਾਏ ਕੌਰ ਦੇ ਘਰ ਪਿੰਡ ਘੱਗਾ ਜ਼ਿਲ੍ਹਾ ਪਟਿਆਲਾ ਵਿਖੇ ਹੋਇਆ, ਪੰਜਾਬ ਵਿੱਚ। ਡਾਕਟਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਮੁਖੀ ਅਤੇ ਬਤੌਰ ਪ੍ਰੋਫੈਸਰ ਵਜੋਂ ਕਾਰਜਸ਼ੀਲ ਹਨ। ਉਹ UGC ਦੇ ਬੁੱਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ डायरैक्टर वजों सेवा निभा रहे हैं। आप जी दिल्ली यूनिवर्सिटी, गुरु नानक देव यूनिवर्सिटी, अमृतसर ਅਤੇ धर्म अध्ययन यूनिवर्सिटी कुम ईरान ਦੇ विजिटिंग प्रोफेसर भी हैं। धर्म अध्ययन बारे आप दियां प्रमुख किरतां गुरु नानक ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿੱਚ ਕਾਲ ਅਤੇ ਅਕਾਲ ਦਾ ਸਿਧਾਂਤ ਅਤੇ ਭਾਰਤ ਦੇ ਪੁਰਾਤਨ ਧਰਮ ਇੱਕ ਸਰਵੇਖਣ ਹਨ। ਗੌਤਮ ਤੇ ਤਾਸਕੀ ਤੱਕ, ਆਰਟ ਤੋਂ ਬੰਦਗੀ ਤੱਕ ਅਤੇ ਵਿਸ਼ਵ ਚਿੰਤਕ ਰਵਿੰਦਰਨਾਥ ਟੈਗੋਰ ਆਪ ਦੀਆਂ ਪ੍ਰਸਿੱਧ ਪੁਸਤਕਾਂ ਹਨ। ਅੱਗੇ ਪੜ੍ਹਦੇ ਹਾਂ ਆਪਾਂ ਜਿਹੜਾ ਹੁਣ ਪਾਠ ਹੈ ਆਪਣਾ ਬੇਬੇ ਜੀ। ਆਓ। 4-5 ਸਾਲ ਦੀ ਉਮਰ ਤੱਕ ਆਪਣਾ ਬਚਪਨ ਮੈਨੂੰ ਯਾਦ ਹੈ। ਬੇਬੇ ਜੀ ਸਿਰ ਉੱਪਰ ਘੜਾ ਚੁੱਕੀ ਖੂਹੀ, ਇੱਕ ਕੂਆ ਹੁੰਦਾ ਹੈ, ਕੂਆਂ ਦਾ ਛੋਟਾ ਰੂਪ ਖੂਹੀ ਉੱਪਰ ਪਾਣੀ ਭਰਨ ਜਾਂਦੀ ਤਾਂ ਹਰ ਗੇੜ ਮਤਲਬ ਹਰ ਚੱਕਰ ਵਿੱਚ, ਗੇੜ ਦਾ ਮਤਲਬ ਹੁੰਦਾ ਹੈ ਚੱਕਰ, ਹਰ ਗੇੜ ਮੈਂ ਉਸ ਦੇ ਕਮੀਜ਼ ਦੀ ਕੰਨੀ ਹੁੰਦਾ ਹੈ ਕੋਣਾ, ਫੜੀ ਨਾਲ ਤੁਰੀ ਜਾਂਦਾ। ਉਸ ਦੇ ਕਮੀਜ਼ ਦੀ ਕੰਨੀ ਫੜੀ ਨਾਲ ਤੁਰੀ ਜਾਂਦਾ। ਕਈ ਵਾਰ ਲੱਤਾਂ ਵਿੱਚ ਉਲਝ ਕੇ ਡਿੱਗਦਾ ਤੇ ਬੇਬੇ ਡਿੱਗਣੋਂ ਮਸਾਂ ਬਚਦੀ। ਜਦੋਂ ਬੇਬੇ ਜੀ ਘਰ ਵਿੱਚ ਹੁੰਦੀ ਤਾਂ ਦਿਨ ਰਾਤ ਤਿਉਹਾਰ ਵਰਗੇ ਹੁੰਦੇ। ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ ਤੇ ਚੜ੍ਹਦੇ ਉਤਰਦੇ, ਛਾਲਾਂ ਮਾਰਦੇ, ਨਹਿਰ ਵਿੱਚ ਛਾਲ ਮਾਰਦੇ, ਰੇਤ ਵਿੱਚ ਲਿਟਦੇ, ਫਿਰ ਨਹਿਰ ਵਿੱਚ ਛਾਲ ਸੱਟ ਫੇਟ। ਬਿਮਾਰੀ ਨੇੜੇ ਤੇੜੇ ਨਹੀਂ ਸੀ। ਜਿਉਂਦਾ ਜਾਗਦਾ ਪੂਰਾ ਘਰ ਹੁੰਦਾ। ਜਦੋਂ ਕਦੀ ਬੇਬੇ ਰਿਸ਼ਤੇਦਾਰੀ ਵਿੱਚ ਗਈ 2-4 ਦਿਨ ਨਾ ਆਉਂਦੀ ਤਾਂ ਅਸੀਂ ਚੁੱਪਚਾਪ ਗੁੰਮਸੁੰਮ ਬੈਠੇ ਰਹਿੰਦੇ। ਗੁੰਮਸੁੰਮ ਜਿਹੇ ਫਿਰਦੇ ਰਹਿੰਦੇ। ਇੱਧਰ ਉੱਧਰ ਆਪਸ ਵਿੱਚ ਗੱਲ ਕਰਨੀ ਵੀ ਚੰਗੀ ਨਾ ਲੱਗਦੀ। ਬਾਪੂ ਦਾ ਸੁਭਾਅ ਸਖਤ ਸੀ, ਪਰ ਉਹ ਖਿਆਲ ਰੱਖਦਾ ਕਿ ਜਦੋਂ ਇਹਨਾਂ ਦੀ ਮਾਂ ਘਰ ਨਾ ਹੋਵੇ ਤਾਂ ਬੱਚੇ ਝਿੜਕਣੇ ਨਹੀਂ, ਕਿਉਂਕਿ ਫਿਰ ਰੋਣੋਂ ਨਹੀਂ ਹਟਣਗੇ। ਜਦੋਂ ਕਦੀ ਵੇਲੇ ਸਿਰ ਬੇਬੇ ਸਾਡੇ ਲਈ ਨਵੇਂ ਕੱਪੜੇ ਨਾ ਖਰੀਦ ਸਕਦੀ ਜਾਂ ਵੇਲੇ ਸਿਰ ਕਿਤਾਬਾਂ ਕਾਪੀਆਂ ਵਾਸਤੇ ਪੈਸੇ ਨਾ ਹੁੰਦੇ ਤਾਂ ਉਹ ਉਦੋਂ ਰੋਂਦੀ ਜਦੋਂ ਅਸੀਂ ਸਕੂਲ ਚਲੇ ਜਾਂਦੇ। ਜਿਹੋ ਜਿਹੇ ਮੌਕਿਆਂ ਤੇ ਉਹ ਸਾਡੇ ਨਾਨਕੇ ਜਾ ਪੁੱਜਦੀ। ਮਾਮੇ ਚੰਗੇ ਵਾਹੀਕਾਰ ਸਨ ਤੇ ਦੋਹਾਂ ਕੋਲ 50 ਏਕੜ ਜ਼ਮੀਨ ਸੀ।
ਉਥੋਂ ਕਦੀ ਖਾਲੀ ਮੁੜਨ ਦਾ ਸਵਾਲ ਹੀ ਨਹੀਂ ਸੀ। ਦੁੱਧੋਂ ਹੱਟੀ ਮੱਝ ਜਾਂ ਗਾਂ ਲੈ ਜਾਂਦੇ ਤੇ ਤਾਜੀ ਸੂਈ ਛੱਡ ਜਾਂਦੇ। ਘਿਓ ਦਿੰਦੇ, ਖੋਆ ਦਿੰਦੇ, ਘੋੜੀ ਉੱਪਰ ਝੂਟੇ ਦਿੰਦੇ। ਹੋਰ ਸੁਰਗ ਕਿਹੋ ਜਿਹਾ ਹੋਇਆ ਕਰਦਾ ਹੈ। ਇੱਕ ਵਾਰ ਘਰ ਵਿੱਚ ਤੰਗੀ ਹੋਣ ਕਾਰਨ ਮੈਨੂੰ ਨਾਨਕੇ ਤੋਰ ਦਿੱਤਾ। ਬੇਬੇ ਨੇ ਤੋਰਦਿਆਂ ਹੋਇਆ ਕਿਹਾ, ਅਕਲ ਨਾਲ, ਹਲੀਮੀ ਨਾਲ ਗੱਲ ਕਰੀਂ। ਤੇਰੀ ਮਾਮੀ ਚੰਗੀ ਹੈ ਬੜੀ, ਉਹਦੇ ਨਾਲ ਅੱਡ ਗੱਲ ਕਰੀਂ, ਮਾਮੇ ਨਾਲ ਅੱਡ। ਜਾਹ ਗੁਰੂ ਰਾਖਾ। ਬੇਬੇ ਜੀ ਸਿੱਖਿਆ ਅਨੁਸਾਰ ਮੈਂ ਸਾਰੀ ਗੱਲਬਾਤ ਆਪਣੀ ਪੜ੍ਹਾਈ ਬਾਰੇ ਸੁਣਾਈ। ਪਟਿਆਲੇ ਪੜ੍ਹਦਿਆਂ ਮੈਂ ਮਹੀਨੇ ਵਿੱਚ ਇੱਕ ਵਾਰ ਨਾਨਕੇ ਜਾਂਦਾ, ਦੂਜੀ ਵਾਰ ਦਾਦਕੇ। ਪਿੰਡੋਂ ਜਦੋਂ ਮੈਂ ਪਟਿਆਲੇ ਦੀ ਬੱਸ ਫੜਨ ਤੁਰਦਾ ਤਾਂ ਬੇਬੇ ਦੀਆਂ ਅੱਖਾਂ ਛਲਕਦੀਆਂ। ਮੈਂ ਖੂਬ ਹੱਸਦਾ ਤੇ ਪੁੱਛਦਾ, ਕੋਈ ਸਰਹੱਦ ਉੱਪਰ ਜੰਗ ਲੜਨ ਚੱਲਿਆ? ਹਾਂ, ਜੋ ਰੋਣ ਧੋਣ ਸ਼ੁਰੂ ਹੋ ਗਿਆ। ਬੇਬੇ ਅੱਖਾਂ ਪੂੰਝ ਕੇ ਆਖਦੀ, ਕਟਰੂ ਵਛਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰੱਭਣ ਰਿੰਗਣ ਲੱਗਦੀਆਂ ਹਨ। ਕਟਰੂ ਵਛਰੂ ਮਤਲਬ ਜੋ ਇੱਕ ਐਗਜ਼ਾਮਪਲ ਦਿੱਤਾ ਹੈ ਇੱਥੇ ਕਿ ਇੱਕ ਛੋਟੇ ਮੋਟੇ, ਜਿਸ ਤਰ੍ਹਾਂ ਆਪਾਂ ਕਹਿ ਦਈਦਾ ਛੋਟਾ ਮੋਟਾ, ਇਸ ਤਰ੍ਹਾਂ ਉਹਨੇ ਕਿਹਾ ਕਿ ਕਟਰੂ ਵਛਰੂ ਸਰਹੱਦਾਂ ਉੱਪਰ ਦੁਸ਼ਮਣ ਨਾਲ ਲੜਨ ਨਹੀਂ ਜਾਂਦੇ। ਤੂੰ ਦੇਖਿਆ ਨਹੀਂ, ਅੱਖਾਂ ਤੋਂ ਦੂਰ ਹੋਣ ਲੱਗਣ ਤਾਂ ਗਾਵਾਂ ਮੱਝਾਂ ਰਿੰਗਣ ਲੱਗਦੀਆਂ ਹਨ। ਕਿ ਜਿਸ ਤਰ੍ਹਾਂ ਕੱਟੇ ਬੱਚਿਆਂ ਡੰਗਰਾਂ ਦੇ ਜਾਂ ਜੋ ਪਸ਼ੂ ਹੁੰਦੇ ਹਨ, ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ, ਉਹ ਅਗਰ ਅੱਖਾਂ ਤੋਂ ਦੂਰ ਹੋ ਜਾਣ ਤਾਂ ਮੱਝਾਂ ਗਾਵਾਂ ਕੀ ਕਰਦੀਆਂ ਹਨ? ਰਿੰਗਣ ਲੱਗ ਜਾਂਦੀਆਂ ਹਨ ਉੱਚੀ ਉੱਚੀ ਆਵਾਜ਼ ਵਿੱਚ। ਰੱਸੇ ਤੁੜਾਉਂਦੀਆਂ ਹਨ ਪਸ਼ੂ ਪੰਛੀ ਤੱਕ ਸਭ ਮਾਵਾਂ ਇਹ ਜਾਣਦੀਆਂ ਹਨ ਕਿ ਜਿੱਥੇ ਤੱਕ ਬੱਚੇ ਨਜ਼ਰ ਵਿੱਚ ਹਨ ਸਭ ਠੀਕ ਹੈ। ਅੱਖੋਂ ਪਰੋਖੇ ਦੁਸ਼ਮਣ ਦੀ ਸਰਹੱਦ ਹੁੰਦੀ ਹੈ। ਅਗਰ ਅੱਖੋਂ ਪਰੋਖੇ ਮਤਲਬ ਅੱਖਾਂ ਤੋਂ ਅਗਰ ਦੂਰ ਹੋ ਜਾਣ ਤਾਂ ਉੱਥੇ ਕੀ ਹੁੰਦੀ ਹੈ? ਦੁਸ਼ਮਣ ਦੀ ਸਰਹੱਦ ਹੁੰਦੀ ਹੈ। ਕੀ ਪਤਾ ਕਦ ਕੀ ਵਾਪਰ ਜਾਵੇ। ਤੈਨੂੰ ਇਹਨਾਂ ਗੱਲਾਂ ਦੀ ਅਜੇ ਸਮਝ ਨਹੀਂ। ਹੋ ਸਕਦਾ ਹੈ ਕਦੇ ਵੀ ਨਾ ਸਮਝ ਸਕੇ, ਕਿਉਂਕਿ ਤੇਰੀ ਕਿਸਮਤ ਵਿੱਚ ਮਾਂ ਹੋਣਾ ਨਹੀਂ ਲਿਖਿਆ ਹੋਇਆ। ਫਿਰ ਉਹ ਅਸੀਸਾਂ ਦੇ ਕੇ ਤੋਰਦੀ। ਬੇਬੇ ਦੱਸਿਆ ਕਰਦੀ, ਤੇਰੀ ਛੋਟੀ ਮਾਮੀ ਗੁਰਦਿਆਲ ਕੌਰ ਦਾ ਰੰਗ ਧੁੱਪ ਵਰਗਾ ਸੀ। ਲਾਲੀਆਂ ਝੜਦੀਆਂ ਸਨ ਮੂੰਹ ਤੇ। ਹੀਰ ਸੀ ਬਸ, ਮਿਹਨਤ ਨਾਲ ਘੜੀ ਰੱਬ ਨੇ, ਮਤਲਬ ਉਸਨੂੰ ਮਿਹਨਤ ਨਾਲ ਬਣਾਇਆ ਹੈ ਰੱਬ ਨੇ, ਭਗਵਾਨ ਨੇ। ਕਦ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੰਧ ਤੋਂ ਉਤਰ ਕੇ ਕੋਈ ਤਸਵੀਰ ਤੁਰਨ ਲੱਗੇ। ਉਸ ਆਪਣੀ ਭਰਜਾਈ ਬਾਰੇ, ਭਾਬੀ ਬਾਰੇ, ਉਸਦੀ ਮਾਮੀ ਬਾਰੇ ਕਹਿ ਰਹੀ ਹੈ ਕਿ ਕੰਧ ਤੋਂ ਉਤਰ ਕੇ ਜਿਵੇਂ ਕੋਈ ਤਸਵੀਰ ਤੁਰਨ ਲੱਗੇ। ਭਾਬੀ ਕਾਹਨੂੰ, ਮੇਰੀ ਤਾਂ ਸਹੇਲੀ ਸੀ। ਮੈਂ ਇੱਕ ਦਿਨ ਕਿਹਾ, ਕੁੜੇ ਖਿਆਲ ਰੱਖੀ ਮੇਰਾ, ਤੇਰੀ ਇਹ ਨਣਦ ਗਰੀਬਣੀ ਹੈ। ਉਹ ਮੇਰੇ ਪੈਰੀ ਚੁੰਨੀ ਰੱਖ ਕੇ ਬੋਲੀ, ਮੈਂ ਕਦਣ ਇਸ ਘਰ ਦੀ ਮਾਲਕਣ, ਮੈਂ ਤਾਂ ਬਾਂਦੀ ਆਂ ਤੁਹਾਡੀ ਸਾਰਿਆਂ ਦੀ, ਬਾਂਦੀ ਰਹੂੰਗੀ ਉਮਰ ਭਰ। ਉਸਨੇ ਕਿਹਾ ਕਿ ਮੈਂ ਤਾਂ ਤੁਹਾਡੀ ਸਾਰਿਆਂ ਦੀ ਬਾਂਦੀ ਹਾਂ, ਮਤਲਬ ਇੱਕ ਨੌਕਰਾਨੀ ਹਾਂ, ਔਰ ਇਸ ਤਰ੍ਹਾਂ ਹੀ ਸਾਰੀ ਉਮਰ ਭਰ ਬਣ ਕੇ ਰਹਾਂਗੀ। ਦਸ਼ਹਰੇ ਤੋਂ ਪਹਿਲਾਂ ਸਾਡੇ ਕੱਚੇ ਘਰ ਦੀ ਲੀਪਾ ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ। ਅਸੀਂ ਸਾਰੇ ਰਲ ਕੇ ਕੰਮ ਕਰਦੇ। ਕੰਧਾਂ ਉੱਪਰ ਪਾਂਡੂ ਦਾ ਪਰੋਲਾ ਫਿਰਦਾ ਤੇ ਫਰਸ਼ ਗਾਰੇ ਨਾਲ ਲਿਪਿਆ ਜਾਂਦਾ। ਮਤਲਬ ਗਾਰਾ
ਕਹਿੰਦੇ ਹਨ, ਇੱਕ ਮਿੱਟੀ ਵਿੱਚ ਪਾਣੀ ਮਿਲਾ ਕੇ ਉਸ ਨੂੰ ਗੁੰਨ ਕੇ ਔਰ ਉਸ ਵਿੱਚ ਗੋਹਾ ਅਤੇ ਤੂੜੀ ਪਾ ਕੇ ਬਣਾਇਆ ਜਾਂਦਾ। ਉਸ ਨਾਲ ਲੀਪਾ ਪੋਤੀ ਕੀਤੀ ਜਾਂਦੀ ਸੀ, ਲੀਪਾ ਪੋਚੀ। ਕੋਈ ਗਾਰੇ ਵਿੱਚ ਪਾਣੀ ਪਾ ਰਿਹਾ ਹੁੰਦਾ, ਦੂਜਾ ਕਹੀ ਨਾਲ ਗੋਹਾ ਅਤੇ ਤੂੜੀ ਗਾਰੇ ਵਿੱਚ ਰਲਾ ਰਿਹਾ ਹੁੰਦਾ। ਕੋਈ ਚੀਜ਼ਾਂ ਵਸਤਾਂ ਪਰੇ ਪਰੇ ਕਰ ਰਿਹਾ ਹੁੰਦਾ ਤੇ ਕੋਈ ਲਿਪਣ ਵਿੱਚ ਮਦਦਗਾਰ ਹੁੰਦਾ। ਖੁਰਲੀਆਂ ਤੱਕ ਸਭ ਕੁਝ ਲਿਪਿਆ ਜਾਂਦਾ ਸੀ। ਖੁਰਲੀਆਂ ਕਹਿੰਦੇ ਹਨ ਜਿਹੜੀ ਮੱਝਾਂ ਗਾਵਾਂ ਨੂੰ ਪਾਣ ਵਾਲੇ ਜਗ੍ਹਾ ਹੁੰਦੀ ਹੈ, ਉਹਨਾਂ ਨੂੰ ਖੁਰਲੀਆਂ ਕਿਹਾ ਜਾਂਦਾ ਹੈ। ਪਸ਼ੂਆਂ ਨੂੰ ਚਾਰਾ ਜਿੱਥੇ ਪਾਇਆ ਜਾਂਦਾ ਹੈ। ਘਰ ਦੀਆਂ ਛੱਤਾਂ ਵੀ ਪਸ਼ੂਆਂ ਦੇ ਸਿੰਗਾਂ ਨੂੰ ਤੇਲ ਲਾ ਦਿੰਦੇ। ਚਾਰੇ ਪਾਸੇ ਸੁਗੰਧੀਆਂ ਕੰਧਾਂ ਉੱਪਰ ਟੰਗਣ ਲਈ ਬਾਪੂ ਜੀ ਤਸਵੀਰਾਂ ਲਿਆਉਂਦੇ। ਕਣਕ ਪੱਕਣ ਲੱਗਦਿਆਂ ਬੱਦਲ ਚੜ੍ਹ ਆਉਂਦੇ। ਵਿਸਾਖ ਦੇ ਮਹੀਨੇ ਤੇਜ਼ ਧਾਰ ਬਾਰਿਸ਼ਾਂ ਹੁੰਦੀਆਂ। ਅਸੀਂ ਆਖਦੇ, ਇਹ ਕਿਹੜੇ ਮੌਸਮ ਦਾ ਮੀਂਹ ਹੋਇਆ। ਬੇਬੇ ਆਖਦੀ, ਵਿਸਾਖ ਦਾ ਮਹੀਨਾ ਦੱਸਿਆ ਕਰਦਾ ਏ ਮੇਰੇ ਵਿੱਚ ਤੇ ਸਾਉਣ ਵਿੱਚ ਕੋਈ ਫਰਕ ਨਹੀਂ। ਇੰਨਾ ਕੁ ਫਰਕ ਹੈ ਬਸ। ਇੰਨਾ ਕੁ ਫਰਕ ਹੈ ਕਿ ਇੰਨਾ ਕੁ ਫਰਕ ਹੈ ਮੇਰੇ ਪਿੱਛੇ ਤੁਰੇ ਆਉਂਦੇ ਮੇਰੇ ਪਿਛਲੱਗ ਜੇਠ ਅਤੇ ਹਾੜ ਖੇ ਉਡਾਊ ਹਨ। ਕਿ ਉਹ ਜਿਹੜੇ ਇਸ ਤੋਂ ਬਾਅਦ ਮਹੀਨਾ ਆਉਂਦਾ ਹੈ, ਉਸ ਵਿੱਚ ਕੀ ਹੁੰਦਾ ਹੈ, ਮਤਲਬ ਮਈ ਜੂਨ ਦੇ ਮਹੀਨੇ ਵਿੱਚ ਜਿਹੜਾ ਜੇਠ ਹਾੜ ਦਾ ਮਹੀਨਾ ਕਹਿੰਦੇ ਹਨ, ਉਸ ਵਿੱਚ ਬਹੁਤ ਜ਼ਿਆਦਾ ਗਰਮੀਆਂ ਹੁੰਦੀਆਂ ਹਨ ਤੇ ਧੂਲ ਮਿੱਟੀ ਉੱਡਦੀ ਰਹਿੰਦੀ ਹੈ। ਸਾਉਣ ਦੇ ਪਿੱਛੇ ਪਿੱਛੇ ਤੁਰੇ ਆਉਂਦੇ ਉਸ ਦੇ ਦੋਸਤ ਭਾਦੋ ਤੇ ਅੱਸੂ ਉਸੇ ਵਰਗੇ ਹਨ। ਖੋਰੂ ਪਾਊ, ਮਤਲਬ ਉਸ ਟਾਈਮ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਸਾਉਣ ਦੀ ਕਦਰ ਬਣੀ। ਗੱਲਾਂ ਕਰਦਿਆਂ ਸੁਣਦਿਆਂ ਉਪਮਾ ਅਲੰਕਾਰ ਬੇਬੇ ਦੇ ਮੂੰਹੋਂ ਸਹਿਜ ਸੁਭਾਅ ਉਤਰਦੇ ਹਨ। ਇੱਕ ਵੇਰ ਮੈਂ ਤੇ ਬੇਬੇ ਦੋਵੇਂ ਬੱਸ ਵਿੱਚ ਬੈਠੇ ਕਿਧਰੇ ਜਾ ਰਹੇ ਸਾਂ ਤਾਂ ਦੋਹਾਂ ਨੂੰ ਅੱਡੋ ਅੱਡ ਸੀਟ ਮਿਲੀ। ਥੋੜ੍ਹੀ ਦੇਰ ਬਾਅਦ ਬੇਬੇ ਆਪਣੀ ਸੀਟ ਤੋਂ ਉੱਠ ਕੇ ਮੇਰੀ ਸੀਟ ਉੱਪਰ ਨਾਲ ਹੀ ਤੰਗ ਜਿਹੀ ਹੋ ਕੇ ਬੈਠ ਗਈ। ਮੈਂ ਉੱਥੋਂ ਉੱਠ ਕੇ ਆਉਣ ਦਾ ਕਾਰਨ ਪੁੱਛਿਆ ਤਾਂ ਬੋਲੀ, ਉਹ ਸੀਟ ਤੇ ਜਿਹੜਾ ਬੰਦਾ ਮੇਰੇ ਨਾਲ ਬੈਠਾ ਸੀ ਤਾਕੀ ਵਾਲੇ ਪਾਸੇ, ਉਸ ਦੇ ਮੂੰਹ ਦੇਖ ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਹੈ। ਉਸਨੇ ਕਿਹਾ ਕਿ ਉਸਦੇ ਮੂੰਹ ਵੱਲ ਵੇਖ ਕਿ ਭੁਜੀਆ ਖਾਣ ਵੇਲੇ ਮੂੰਹ ਖੋਲ੍ਹਦਾ ਹੈ ਤਾਂ ਲੱਗਦਾ ਹੈ ਜਿਵੇਂ ਟੈਂਚੀ ਕੇਸ ਖੁੱਲ੍ਹ ਗਿਆ ਹੋਵੇ। ਮਤਲਬ ਇਤਨਾ ਜ਼ਿਆਦਾ ਮੂੰਹ ਖੋਲ੍ਹਦਾ ਹੈ ਕਿ ਜਿਵੇਂ ਟੈਂਚੀ ਕੇਸ ਖੁੱਲ੍ਹ ਗਿਆ ਹੋਵੇ। ਭੁਜੀਆ ਖਾਈ ਜਾਂਦਾ ਹੈ, ਨਾਲ ਵਾਲੇ ਨਾਲ ਗੱਲਾਂ ਵੀ ਕਰੀ ਜਾਂਦਾ ਹੈ, ਹੱਸੀ ਵੀ ਜਾਂਦਾ ਹੈ। ਭੁਜੀਆ ਉਸਦੇ ਮੂੰਹ ਵਿੱਚੋਂ ਇਉਂ ਕਿਰਦਾ ਹੈ ਜਿਵੇਂ ਚੌਲਾਂ ਦੇ ਸੈਲਰ ਦੀ ਪਾਈਪ ਵਿੱਚੋਂ ਫੱਕ ਬਾਹਰ ਡਿੱਗਦੀ ਹੋਵੇ। ਮਤਲਬ ਚੌਲਾਂ ਦਾ ਸੈਲਰ ਦੇ ਪਾਈਪ ਵਿੱਚੋਂ ਜਿਵੇਂ ਧੂਲ ਮਿੱਟੀ ਬਾਹਰ ਡਿੱਗਦੀ ਹੋਵੇ। ਉੱਥੇ ਮੇਰੇ ਕੋਲੋਂ ਨਹੀਂ ਬੈਠਿਆ ਜਾਂਦਾ। ਉਸਨੇ ਕਿਹਾ ਕਿ ਮੇਰੇ ਕੋਲ ਉੱਥੇ ਨਹੀਂ ਬੈਠਿਆ ਜਾਂਦਾ ਮੇਰੇ ਤੋਂ। ਇਹ ਤਾਂ ਅੰਬ ਵੀ ਬੇਰ ਵਾਂਗ ਮੂੰਹ ਵਿੱਚ ਪਾਉਂਦਾ ਹੋਵੇਗਾ। ਉਸਨੇ ਕਿਹਾ ਇਹ ਜਿਹੜਾ ਅੰਬ ਹੈ ਇਤਨਾ ਵੱਡਾ ਹੁੰਦਾ ਹੈ, ਉਹ ਵੀ ਬੇਰ ਵਾਂਗ ਪੂਰਾ ਗੁਠਲੀ ਸਮੇਤ ਹੀ ਮੂੰਹ ਵਿੱਚ ਖਾ ਜਾਂਦਾ ਹੋਣਾ। ਸਾਬਤ ਗੁਠਲੀ ਸਣੇ ਮੈਥੋਂ ਹਾਸਾ ਨਾ ਰੁਕਿਆ। ਬੇਬੇ ਜਿਵੇਂ ਭਾਸ਼ਾ ਦੀ ਟਕਸਾਲ ਹੋਵੇ। ਕੋਈ ਵੱਡਾ ਜੋਖਮ ਭਰਿਆ ਕੰਮ ਛੇੜਨ ਵੇਲੇ ਜਦੋਂ ਅਸੀਂ ਬੇਬੇ ਨਾਲ ਖਤਰਿਆਂ ਬਾਰੇ ਗੱਲ ਕਰਦੇ ਤਾਂ ਉਹ ਆਖਦੀ, ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਮਤਲਬ ਜਿਸ ਤਰ੍ਹਾਂ ਮੱਖੀਆਂ ਦੇ ਡੰਗ ਤੋਂ ਕੋਈ ਡਰਦਾ ਨਹੀਂ ਹੈ ਤੇ ਨਾ ਹੀ ਉਸਨੇ ਉਹ ਖਾਣਾ ਡੰਗਿਆ ਹੈ, ਮਤਲਬ ਉਹਨਾਂ ਦਾ ਰਸ। ਮੱਖੀਆਂ ਦੇ ਡੰਗ ਤੋਂ ਡਰਦਿਆਂ ਆਦਮੀ ਨੇ ਮਖਿਆਲ ਖਾਣਾ ਨਹੀਂ ਛੱਡਿਆ। ਦੁਲੱਤੇ ਮਾਰਦੀਆਂ ਗਾਵਾਂ ਦਾ ਦੁੱਧ ਚੋਣੋਂ ਕੀ ਅਸੀਂ ਹਟ ਜਾਂਦੇ ਹਾਂ ਕਿ ਜਿਸ ਤਰ੍ਹਾਂ ਮੱਝੀਆਂ ਗਾਵਾਂ ਲੱਤਾਂ ਮਾਰਦੀਆਂ ਹਨ ਫਿਰ ਵੀ ਅਸੀਂ ਉਹਨਾਂ ਦਾ ਦੁੱਧ ਜ਼ਰੂਰ ਕੱਢਦੇ ਹਾਂ। ਕਦੀ ਕਿਹਾ ਹੈ ਕਿਸੇ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢਦਾ ਫਿਰੇ। ਜਿਸ ਤਰ੍ਹਾਂ ਖੇਤ ਵਿੱਚ ਹੁੰਦਾ ਹੈ, ਕਣਕ ਹੁੰਦੀ ਹੈ, ਗੇਹੂੰ ਹੁੰਦੀ ਹੈ ਤੇ ਇਤਨੀ ਤੂੜੀ ਹੁੰਦੀ, ਇਸ ਵਿੱਚੋਂ ਵੀ ਦਾਣੇ ਕੱਢੇ ਜਾਂਦੇ ਨੇ। ਖੇਤ ਇਸ ਕਰਕੇ ਨਹੀਂ ਵਾਹਣ ਜਾਵਾਂਗੇ ਕਿ ਕੰਡਿਆਈ ਬੜੀ ਹੈ। ਕਿੱਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ
ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ। ਉਸਨੇ ਕਿਹਾ ਕਿ ਕਿੱਲੇ ਦੀ ਕੰਧ ਵਾਂਗ ਜੰਮੀਆਂ ਹੋਈਆਂ ਰੋਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਧੀ ਹੈ ਅਸਾਂ। ਤੁਸੀਂ ਮਾੜੇ ਕੁ ਖਤਰੇ ਤੋਂ ਘਬਰਾ ਗਏ। ਜਵਾਨੀ ਦੇ ਦਿਨੀ ਇੰਨੀ ਤਾਕਤ ਹੋਇਆ ਕਰਦੀ ਸੀ, ਇੰਨਾ ਹੌਸਲਾ ਕਿ ਪਿਆਸ ਲੱਗੀ ਹੋਵੇ ਫੇਰ ਕੀ ਹੋਇਆ ਜੇ ਪਾਣੀ ਨਹੀਂ। ਖੂਹ ਪੁੱਟੋ ਤੇ ਪਾਣੀ ਪੀਓ। ਔਖੀ ਚੀਜ਼ ਹੈ ਕਿਹੜੀ ਜੇ ਰੱਬ ਸਾਥ ਦੇਵੇ। ਭਰੋਸਾ ਰੱਖੋ, ਗੁਰੂ ਤੁਹਾਡੇ ਅੰਗ ਸੰਗ ਹੈ। ਉਸਨੇ ਕਿਹਾ ਕਿ ਅਗਰ ਪਿਆਸ ਵੀ ਲੱਗੀ ਹੋਵੇ ਤਾਂ ਵੀ ਨਹੀਂ ਘਬਰਾਉਣਾ ਚਾਹੀਦਾ, ਕਿ ਅਸੀਂ ਪਿਆਸ ਲੱਗੀ ਤੇ ਵੀ ਨਹੀਂ ਘਬਰਾਉਂਦੇ ਸੀ ਤੇ ਖੂਹ ਪੁੱਟ ਕੇ ਵੀ ਪਾਣੀ ਪੀ ਲੈਂਦੇ ਸੀ। ਮਤਲਬ ਇਤਨਾ ਇੱਕ ਹੌਸਲਾ ਸੀ। ਇਸ ਤਰ੍ਹਾਂ ਹੋ ਨਹੀਂ ਸਕਦਾ, ਪਰ ਫਿਰ ਵੀ ਇੱਕ ਹੌਸਲਾ ਹੁੰਦਾ ਹੈ। ਬੇਬੇ ਨੂੰ ਜੇ ਪਤਾ ਲੱਗਦਾ ਕਿ ਕਿਸੇ ਗੁਆਂਢੀ ਨੇ ਆਪਣੀ ਜਨਾਨੀ ਉੱਪਰ ਹੱਥ ਚੁੱਕਿਆ ਹੈ ਤਾਂ ਉਲਾਂਭਾ ਦੇਣ ਉਸ ਦੇ ਘਰ ਜਾਂਦੀ। ਆਖਦੀ ਵੇ ਧਰਤੀ ਨੂੰ ਕੁੱਟ ਲਿਆ। ਕਹਿੰਦੀ ਕਿ ਧਰਤੀ ਨੂੰ ਕੁੱਟ ਲਿਆ ਜੇ ਜਨਾਨੀ ਨੂੰ ਕੁੱਟ ਲਿਆ। ਮਤਲਬ ਜਨਾਨੀ ਨੂੰ ਕੁੱਟਣਾ ਸਮਾਨ ਕਿਹਦਾ ਹੈ? ਧਰਤੀ ਨੂੰ ਕੁੱਟਣਾ ਸਮਾਨ ਜਨਾਨੀ ਨੂੰ ਕੁੱਟਣਾ ਸਮਾਨ ਧਰਤੀ ਕੁੱਟਣਾ ਹੈ। ਇਸ ਵਿੱਚ ਕਾਹਦੀ ਸ਼ਰਮਗਤੀ? ਮਤਲਬ ਸੂਰਮਾ ਗਤੀ ਥੋੜੀ ਨਾ, ਇਸ ਵਿੱਚ ਕੋਈ ਵੱਡਾ ਕੰਮ ਨਹੀਂ ਹੈ ਜਨਾਨੀ ਨੂੰ ਕੁੱਟਣਾ। ਕੋਈ ਹੈ ਸ਼ਰਮ ਜਾਂ ਹਯਾ ਤੈਨੂੰ? ਮਤਲਬ ਕੋਈ ਸ਼ਰਮ ਹੈ ਤੈਨੂੰ? ਡੋਬ ਦੇਂਗਾ ਇਸ ਗਊ ਦਾ ਹੋਕਾ। ਮਤਲਬ ਤੈਨੂੰ ਡੋਬ ਦੇਗਾ ਇਸ ਗਊ ਦਾ ਹੋਕਾ ਅਗਰ ਇਸਨੇ ਬਦਵਾ ਦੇ ਛੱਡੀ ਤਾਂ। ਰੋਟੀ ਪੱਕਦੀ ਬੁਰੀ ਲੱਗਣ ਲੱਗੀ ਹੈ ਤੈਨੂੰ ਬੇਸ਼ਰਮ। ਉਸਨੇ ਗਾਲ ਕੱਢ ਕੇ ਕਿਹਾ ਕਿ ਬਈ ਜਿਹੜੀ ਤੇਰੇ ਘਰ ਵਿੱਚ ਰੋਟੀ ਬਣ ਰਹੀ ਹੈ ਉਹ ਤੈਨੂੰ ਕੋਈ ਬੁਰੀ ਲੱਗ ਰਹੀ ਹੈ? ਸੁਣ ਕੇ ਸਾਰੇ ਸੁੰਨ ਹੋ ਜਾਂਦੇ। ਇੱਕ ਵਾਰ ਪਿੰਡ ਕਿਸੇ ਦੇ ਘਰ ਗਈ। ਬੇਬੇ ਆ ਕੇ ਕਹਿਣ ਲੱਗੀ, ਬੜਾ ਵੱਡਾ ਟੱਬਰ ਹੈ ਉਹਨਾਂ ਦਾ ਤਾਂ। ਮੈਂ ਪੁੱਛਿਆ, ਤੁਸੀਂ ਕਿੱਥੋਂ ਦੇਖ ਲਿਆ ਸਾਰਾ ਟੱਬਰ? ਬੇਬੇ ਨੇ ਹੱਸ ਕੇ ਕਿਹਾ, ਟੱਬਰ ਦੇਖ ਕੇ ਕੀ ਕਰਨਾ ਸੀ? ਮੈਂ ਟੱਬਰ ਦੇਖ ਕੇ ਕੀ ਕਰਨਾ ਸੀ? ਕਰਤਾਰਪੁਰ ਰੋਟੀਆਂ ਪਕਾਉਂਦੀ ਦੇਖੀ। ਵੱਡੀ ਪਰਾਤ ਵਿੱਚ ਗੁੰਨਿਆ ਹੋਇਆ ਆਟਾ ਇਉਂ ਲੱਗਦਾ ਸੀ ਜਿਵੇਂ ਭੇਡ ਮਾਰ ਕੇ ਲਿਟਾਈ ਹੋਵੇ। ਮੈਨੂੰ ਖੂਬ ਹਾਸਾ ਆਇਆ। ਸੁਨੇਹਾ ਮਿਲਿਆ, ਬੇਬੇ ਜੀ ਨੇ ਦੱਸਿਆ ਹੈ, ਹੁਣੇ ਚਲੇ ਜਾਣਾ। ਉਸਨੇ ਮਤਲਬ ਸੁਨੇਹਾ ਮਿਲਿਆ, ਬੇਬੇ ਜੀ ਨੇ ਦੱਸਿਆ ਹੁਣੇ ਚਲੇ ਜਾਣਾ। ਮੈਂ ਤੁਰੰਤ ਗਿਆ ਤੇ ਹਾਲ ਚਾਲ ਪੁੱਛਿਆ। ਬੇਬੇ ਕਹਿਣ ਲੱਗੀ, ਇੰਨੇ ਦਿਨ ਆਇਆ ਕਿਉਂ ਨਹੀਂ? ਮੈਂ ਦੱਸਿਆ ਕਿ ਡਿਊਟੀ ਦੇ ਕੰਮ ਕਾਜ ਬਹੁਤ ਹਨ ਤੇ ਤੁਹਾਡੇ ਕੋਲ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਬੇਬੇ ਨੇ ਕਿਹਾ, ਇਹ ਰੌਣਕਾਂ ਮੈਂ ਕੀ ਕਰਨੀਆਂ ਹਨ? ਮੈਂ ਉਹ ਜਿੰਦਰਾ ਹਾਂ ਜਿਹੜਾ ਕਿਸੇ ਵੱਡੇ ਕਿਲੇ ਨੂੰ ਲੱਗਾ ਹੁੰਦਾ ਹੈ। ਬਹੁਤ ਬੜਾ ਜਿੰਦਰਾ ਕਿਲਾ ਕਹਿੰਦੇ ਹਨ ਕਿ ਜੋ ਬਹੁਤ ਵੱਡਾ ਘਰ ਹੁੰਦਾ ਹੈ, ਫੋਰਟ ਵੀ ਜਿਸ ਨੂੰ ਕਹਿ ਦਿੰਦੇ ਹਨ। ਮੇਰੇ ਬੱਚੇ ਇਸ ਜਿੰਦਰੇ ਦੀਆਂ ਕੁੰਜੀਆਂ ਹਨ। ਤੁਹਾਡੇ ਆਉਣ ਨਾਲ ਇਹ ਜਿੰਦਰਾ ਖੁੱਲ੍ਹਦਾ ਹੈ, ਰੌਣਕਾਂ ਨਾਲ ਨਹੀਂ। ਮੈਂ ਹੁਣ ਮਿੱਟੀ ਦਾ ਬਹੁਤ ਵੱਡਾ ਤੇ ਪੁਰਾਣਾ ਥੇਹ ਹਾਂ। ਥੇਹ ਮਤਲਬ ਇੱਕ ਵੱਡਾ ਢੇਰ। ਇਸ ਨੂੰ ਫਰੋਲੋਗੇ ਤਾਂ ਕਈ ਕੁਝ ਮਿਲੇਗਾ। ਮਤਲਬ ਅਗਰ ਇਸ ਨੂੰ ਫਰੋਲੋਗੇ ਢੇਰ ਨੂੰ ਤਾਂ ਬਹੁਤ ਕੁਝ ਮਿਲੇਗਾ। ਠੀਕਰੇ ਨਿਕਲਣਗੇ, ਹੱਡੀਆਂ ਮਿਲਣਗੀਆਂ, ਵੱਡਾ ਖਜ਼ਾਨਾ ਨਹੀਂ ਨਾ ਸਹੀ ਕੋਈ ਸਿੱਕਾ। ਮਤਲਬ ਅਗਰ ਵੱਡਾ ਖਜ਼ਾਨਾ ਨਾ ਮਿਲਿਆ ਤਾਂ ਕੋਈ ਸਿੱਕਾ ਤਾਂ ਮਿਲ ਹੀ ਜਾਊਗਾ। ਕੋਈ ਗਹਿਣਾ ਲੱਭ ਸਕਦਾ ਹੈ। ਆਖਰ ਇੱਥੇ ਇੱਕ ਦੇਸ਼ ਵਸਦਾ ਸੀ ਕਦੀ, ਜੋ ਹੁਣ ਥੇਹ ਹੋ ਗਿਆ ਹੈ। ਕਦੀ ਕਦਾਈ ਆ ਕੇ ਇਸ ਨੂੰ ਫਰੋਲ ਫਰਾਲ ਜਾਇਆ ਕਰ। ਮਤਲਬ ਉਸਨੇ ਕਿਹਾ ਕਿ ਕਦੀ ਕਦਾਈ ਆ ਕੇ ਇਸ ਥੇਹ ਨੂੰ ਫਰੋਲ ਫਰਾਲ ਜਾਇਆ ਕਰ, ਮਤਲਬ ਹਾਲ ਚਾਲ ਪੁੱਛ ਜਾਇਆ ਕਰ, ਗੱਲਾਂ ਬਾਤਾਂ ਕਰ ਜਾਇਆ ਕਰ। ਬੇਬੇ ਇੱਕ ਦਿਨ ਕਹਿਣ ਲੱਗੀ, ਕਿੰਨੇ ਪਾਪੀ ਹੋ ਗਏ ਨੇ ਤੇਰੇ ਪਿੰਡ ਦੇ ਲੋਕ। ਮੋਰਾਂ ਨੂੰ ਮਾਰ ਕੇ ਖਾ ਜਾਂਦੇ ਹਨ, ਮੁਰਗਾਬੀਆਂ ਤਾਂ ਕੀ ਕੂੰਜਾਂ ਨੂੰ ਵੀ ਨਹੀਂ ਛੱਡਦੇ। ਕੋਈ ਉੱਚੀ ਦੇ ਕੇ ਮੋਰ ਵਾਂਗ ਕਿਆਕੋ ਕਹਿ ਦੇ ਤਾਂ ਦੜੋ ਗੋਲੀ ਮਾਰ ਦੇਣ ਇਹ। ਮਤਲਬ ਅਗਰ ਮੋਰ ਦੀ ਆਵਾਜ਼ ਸੁਣ ਲੈਣ, ਮੋਰ ਕਿਆਕੋ ਕਹਿ ਦੇਵੇ ਤਾਂ ਇਹ ਝਟਪਟ ਗੋਲੀ ਮਾਰ ਦਿੰਦੇ ਹਨ ਤੁਰੰਤ। ਗਿਰਜਾਂ ਤਾਂ ਰਹੀਆਂ ਨਹੀਂ ਹੁਣ। ਇਹ ਹੱਡਾ ਰੋੜੀ ਵਿੱਚ ਕਿਉਂ ਨਹੀਂ ਜਾ ਬੈਠਦੇ ਮੁਰਦਾਰ ਖਾਨ। ਹੱਡਾ ਰੋੜੀ ਕਹਿੰਦੇ ਹਨ। ਇਹ ਹੱਡਾ ਰੋੜੀ ਕਿਸ ਨੂੰ ਕਹਿੰਦੇ ਹਨ? ਜਿੱਥੇ ਪਿੰਡ ਤੋਂ ਬਾਹਰ ਪਸ਼ੂਆਂ ਦਾ ਕੀ ਹੋਵੇ,
ਪਸ਼ੂਆਂ ਨੂੰ ਮਾਰ ਕੇ ਸੁੱਟਦੇ ਹਨ ਜਾਂ ਮਰੇ ਹੋਏ ਪਸ਼ੂਆਂ ਨੂੰ ਸੁੱਟਦੇ ਹਨ, ਉਸਨੂੰ ਕੀ ਕਹਿੰਦੇ ਹਨ? ਹੱਡਾ ਰੋੜੀ। ਬੇਬੇ ਨੂੰ ਹੁਣ ਘਟ ਸੁਣਦਾ, ਘਟ ਦਿਸਦਾ ਹੈ। ਸਾਨੂੰ ਦੇਖ ਕੇ ਕਦੀ ਖੁਸ਼ ਹੋ ਕੇ ਜਾਂਦੀ ਹੈ, ਕਦੀ ਉਦਾਸ। ਮੈਂ ਕਿਹਾ, ਅਸੀਂ ਖੁਸ਼ੀ ਦੀ ਗੱਲ ਤਾਂ ਦੱਸ ਦਿੰਦੇ ਹਾਂ, ਕਈ ਵਾਰ ਉਦਾਸ ਕਰਨ ਵਾਲੀ ਗੱਲ ਨਹੀਂ ਦੱਸਦੇ। ਬੇਬੇ ਨੇ ਕਿਹਾ, ਮੈਨੂੰ ਪਤਾ ਲੱਗ ਜਾਂਦਾ ਹੈ ਤੁਹਾਡੀ ਤੋਰ ਤੋਂ, ਮਤਲਬ ਤੁਸੀਂ ਤੁਰਦੇ ਹੋ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਉਦਾਸ ਹੋ ਜਾਂ ਖੁਸ਼ੀ ਵਿੱਚ ਹੋ। ਗੱਲਾਂ ਕਰਦਿਆਂ ਤੇ ਤੁਹਾਡੇ ਚਿਹਰੇ ਦੇਖਦੀ ਹਾਂ, ਗੱਲ ਨਹੀਂ ਸੁਣਦੀ, ਪਰ ਪਤਾ ਲੱਗ ਜਾਂਦਾ ਹੈ ਤੁਸੀਂ ਦੁੱਖ ਵਿੱਚ ਹੋ ਜਾਂ ਸੁੱਖ ਵਿੱਚ। ਬੇਬੇ ਦੀ ਉਮਰ 90 ਸਾਲ ਤੋਂ ਵੱਧ ਹੈ। ਬੇਬੇ ਦੀ ਉਮਰ ਕਿੰਨੀ ਹੈ? 90 ਸਾਲ ਤੋਂ ਉੱਤੇ ਹੋ ਗਈ ਹੈ। 16 ਸਾਲ ਦੀ ਉਮਰ ਵਿੱਚ ਉਹ ਮੇਰੇ ਪਿੰਡ ਵਿਆਹੀ ਹੋਈ ਆਈ। ਹੁਣ ਤੱਕ ਮੇਰਾ ਪਿੰਡ ਉਸ ਦਾ ਪਿੰਡ ਨਹੀਂ ਬਣਿਆ। ਉਸ ਦਾ ਪਿੰਡ ਉਹੀ ਹੈ ਜਿੱਥੇ ਉਸ ਦਾ ਜਨਮ ਹੋਇਆ। ਗੱਲਾਂ ਕਰਦਿਆਂ ਹਮੇਸ਼ਾ ਇਹ ਆਖਦੀ ਹੈ, ਤੇਰੇ ਪਿੰਡ ਮੈਂ ਇਉਂ ਕੀਤਾ। ਮਤਲਬ ਅਜੇ ਵੀ ਇਹ ਪਿੰਡ ਉਸਨੂੰ ਆਪਣਾ ਨਹੀਂ ਲੱਗਦਾ। ਇੱਕ ਦਿਨ ਬੇਬੇ ਨੇ ਸਾਨੂੰ ਬੁਲਾ ਕੇ ਕਿਹਾ, ਹੁਣ ਮੈਂ ਜਿਉਂਦੀ ਹਾਂ, ਤੁਸੀਂ ਸਾਰੇ ਭਾਈ ਭੈਣ ਰਿਸ਼ਤੇਦਾਰ ਆ ਕੇ ਮੈਨੂੰ ਮਿਲਦੇ ਹੋ ਤਾਂ ਆਪਸ ਵਿੱਚ ਵੀ ਮਿਲ ਲੈਂਦੇ ਹੋ। ਜਦੋਂ ਮੈਂ ਨਾ ਰਹੀ, ਇੱਕ ਰਾਜਧਾਨੀ ਟੁੱਟ ਜਾਏਗੀ। ਤੁਸੀਂ ਬੜੀ ਤਰੱਕੀ ਕੀਤੀ, ਹੋਰ ਕਰੋਗੇ। ਤੁਹਾਡੇ ਬੱਚੇ ਤੁਹਾਡੇ ਤੋਂ ਅੱਗੇ ਲੰਘਣਗੇ, ਖੁਸ਼ਹਾਲ ਹੋ ਜਾਵੋਗੇ। ਇਸ ਪਾਸਿਓਂ ਲੰਘਿਆ ਕਰੋਗੇ ਤਾਂ ਹੋਲੀ ਦੇ ਕੇ ਮਤਲਬ ਆਵਾਜ਼ ਮਾਰ ਕੇ ਲੰਘਿਆ ਕਰੋਗੇ ਤਾਂ ਹੋਲੀ ਦੇ ਕੇ ਆਪਣੇ ਆਪ ਨੂੰ ਕਿਹਾ ਕਰੋਗੇ, ਇੱਥੇ ਸਾਡੀ ਮਾਂ ਰਿਹਾ ਕਰਦੀ ਸੀ। ਹੈਗੀ ਤਾਂ ਬੋਲੀ ਜਿਹੀ ਪਰ ਸੀ ਚੰਗੀ। ਇਸ ਘਰ ਵੱਲ ਦੇਖਦੇ ਦੇਖਦੇ ਤੁਸੀਂ ਅੱਗੇ ਲੰਘ ਜਾਇਆ ਕਰੋਗੇ। ਮੇਰੇ ਪਿੱਛੋਂ ਇਸ ਘਰ ਵਿੱਚ ਆਉਣ ਨੂੰ ਤੁਹਾਡਾ ਦਿਲ ਨਹੀਂ ਕਰਿਆ ਕਰੇਗਾ। ਮੇਰਾ ਛੋਟਾ ਭਰਾ ਬੰਦਗੀ ਕਰਨ ਵਾਲਿਆਂ ਵਾਂਗ ਬਿਰਧ ਮਾਪਿਆਂ ਦੀ ਸੇਵਾ ਕਰਦਾ ਹੈ। ਹਰ ਖੁਸ਼ੀ ਗਮੀ ਤੇ ਤਿਥ ਤਿਉਹਾਰ ਵਕਤ ਅਸੀਂ ਸਾਰੇ ਜਣੇ ਉਸ ਦੀ ਕੋਠੀ ਜਾ ਪੁੱਜਦੇ ਹਾਂ ਤਾਂ ਰੌਣਕਾਂ, ਖੁਸ਼ੀਆਂ ਅਤੇ ਮਿਲਾਪਾਂ ਦਾ ਮੇਲ ਲੱਗ ਜਾਂਦਾ ਹੈ। ਇਸ ਮੇਲੇ ਵਿੱਚੋਂ ਜਦੋਂ ਅਸੀਂ ਵਿਦਾ ਹੋ ਘਰੋਂ ਘਰੀ ਜਾਣ ਲੱਗਦੇ ਹਾਂ ਤਾਂ ਛੋਟਾ ਭਰਾ ਹੋਲੀ ਦੇ ਕੇ ਪੁੱਛਿਆ ਕਰਦਾ ਹੈ, ਜਦੋਂ ਬੇਬੇ ਬਾਪੂ ਨਾ ਰਹੇ ਉਦੋਂ ਵੀ ਆਇਆ ਕਰੋਗੇ ਹੁਣ ਵਾਂਗ। ਮਤਲਬ ਆਵਾਜ਼ ਮਾਰ ਕੇ ਪੁੱਛਦਾ ਹੈ ਕਿ ਜਦੋਂ ਬੇਬੇ ਬਾਪੂ ਨਾ ਰਹੇ ਤਾਂ ਵੀ ਇਸ ਘਰ ਵਿੱਚ ਆਇਆ ਕਰੋਗੇ। ਮੇਰੇ ਸੁਪਨਿਆਂ 'ਚ ਬੇਬੇ ਕਦੀ ਮਿਰਚਾਂ ਤੋੜਦੀ ਫਿਰਦੀ ਖੇਤ ਵਿੱਚ, ਕਦੀ ਕਪਾਹ ਚੁਗਦੀ, ਕਿਤੇ ਵਛਰੂਆਂ ਦੀਆਂ ਬੂਥੀਆਂ ਪਲੋਸ ਰਹੀ ਹੁੰਦੀ। ਵਛਰੂਆਂ ਕਹਿੰਦੇ ਹਨ ਜੋ ਪਸ਼ੂਆਂ ਦੇ ਬੱਚੇ ਹੁੰਦੇ ਹਨ, ਉਹਨਾਂ ਨੂੰ ਕੀ ਕਹਿੰਦੇ ਨੇ? ਵਛਰੂਆਂ ਦੀਆਂ ਬੂਥੀਆਂ। ਬੂਥੀਆਂ ਮੀਨਸ ਉਹਨਾਂ ਦੇ ਮੂੰਹ ਪਲੋਸ ਰਹੀ ਹੁੰਦੀ। ਕਿਤੇ ਮੱਝਾਂ ਨੂੰ ਥਾਪੀ ਦੇ ਰਹੀ ਹੁੰਦੀ। ਫਟੇ ਪੁਰਾਣੇ ਟਾਕੀਆਂ ਵਾਲੇ ਖੱਦਰ ਦੇ ਕੱਪੜੇ ਪਾਈ ਮਿੱਟੀ ਘੱਟੇ ਵਿੱਚ ਲੱਥ-ਪੱਥ ਉਹ ਕਦੀ ਝਾੜੂ ਦਿੰਦੀ ਦਿਸਦੀ, ਕਦੀ ਪਾਥੀਆਂ ਪੱਥਦੀ। ਬੱਚੋ, ਇਹ